कृपा करो दीन के दाते, मेरा गुण अवगन न विचारहु कोई। माटी का क्या तो पै स्वामी, मानस की गत एही। माटी का क्या तो पै स्वामी, मानस की गत एही। वाहिगुरु साहिब जी। तव प्रसाद सवैये पातशाही दसवीं, श्रावग शुद्ध समूह सिधान के। देख फिर्यो कार जोग जति के, सूर सुरार्दन शुद्ध सुधादिक। संत समूह अनेक मति के, सारे ही देश को देख रहे हो मत। को न देखियत प्राणपति के, श्री भगवान की पाए कृपा हूँते। एक रति बिन एक रति के, सारे ही देश को देख रहे हो मत। को न देखियत प्राणपति के, श्री भगवान की पाए कृपा हूँते। एक रति बिन एक रति के। वाहिगुरु जी का खालसा, वाहिगुरु जी की फतेह। सतगुरां दी पावन पवित्र हजूरी विच जुड़ बैठे सत संगी जनों, आप जी वडभागे हो। ਅੰਮ੍ਰਿਤ ਵੇਲੇ ਦੇ ਸਜੇ ਇਹਨਾਂ ਦੀਵਾਨਾਂ ਦੇ ਅੰਦਰ, ਜਿੱਥੇ ਸੰਗਤੀ ਰੂਪ ਵਿੱਚ ਨਿਤਨੇਮ ਦੀਆਂ ਬਾਣੀਆਂ ਦਾ ਆਪ ਜੀ ਨੇ ਜਾਪ ਕੀਤਾ, ਉਪਰੰਤ ਆਸਾ ਜੀ ਦੀ ਵਾਰ ਕੀਰਤਨ ਰੂਪ ਵਿੱਚ ਸ਼ਰਵਣ ਕੀਤਾ। जुड़ बैठे हो इस वेले शब्द विचार कथा श्रवण करन दे लई। ये जो पावन शब्द सवैया आप जी ने हुणे श्रवण किया, ये साडी नितनेम दी बाणी है ते नितनेम दी बाणी दे नाल नाल ये साडी अमृत दी बाणी भी है। दसवें पातशाह गुरु गोबिंद सिंह साहिब सतगुरां दी मुबारक रसना तो ये बाणी उचारी गई है। बड़ियां रहमतां इस बाणी दे अंदर मेरे पातशाह सतगुरां ने कीतियां। ਆਪਾਂ ਲੜੀਵਾਰ ਇੱਕ ਇੱਕ ਸਵਈਆ ਕਰਕੇ ਇਸ ਬਾਣੀ ਨੂੰ ਵਿਚਾਰਨ ਦਾ ਯਤਨ ਕਰਨਾ ਹੈ। ਰਹਿਮਤਾਂ ਸਤਿਗੁਰਾਂ ਦੀਆਂ ਮੇਰੇ ਪਾਤਸ਼ਾਹ ਆਪ ਇਸ ਬਾਣੀ ਦੀ ਵਿਚਾਰ ਜੋ ਹੈ ਉਹ ਕਰਵਾ ਲੈਣ। ਸਵਾਬ ਜੀ ਨੇ ਕਿਰਪਾ ਕਰਨੀ। विचारां दी आरंभता तो पहला अपनियां मनोवृत्तियां नूं करो इकागर।
ਰਸਨਾ ਨੂੰ ਕਰੋ ਪਵਿੱਤਰ, ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੰਮ੍ਰਿਤਮਈ ਪਾਵਨ ਬਾਣੀ, ਇਸ ਬਾਣੀ ਨੂੰ ਸੁਦਾ ਸਵਈਏ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਬਾਣੀ ਸਾਡੀਆਂ ਅੰਮ੍ਰਿਤ ਦੀਆਂ ਬਾਣੀਆਂ ਦੇ ਅੰਦਰ ਸ਼ਾਮਲ ਹੈ। ਇਸ ਬਾਣੀ ਦੇ ਅੰਦਰ, ਕਿਉਂਕਿ ਆਰੰਭਤਾ ਇਸ ਬਾਣੀ ਦੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ, ਤਵ ਪ੍ਰਸਾਦ ਸਵਈਏ। ਤਵ ਦਾ ਅਰਥ ਹੈ ਐ ਪਰਮਾਤਮਾ, ਐ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ। ਤਵ ਦਾ ਅਰਥ ਹੈ ਤੇਰੀ, ਤੇ ਪ੍ਰਸਾਦ ਦਾ ਭਾਵ ਹੈ ਕਿਰਪਾ ਰਹਿਮਤ ਦੇ ਨਾਲ। ਕਿਉਂਕਿ ਇੱਕ ਗੱਲ ਸਮਝਣ ਵਾਲੀ ਹੈ, ਜਿਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਬਚਨ ਪੜ੍ਹਦੇ ਆ ਨਾ, ਉਹਨਾਂ ਆਪਣੇ ਬਚਨਾਂ ਦੇ ਅੰਦਰ ਵੀ ਇਸ ਗੱਲ ਦਾ ਜ਼ਿਕਰ ਕੀਤਾ ਤੇ ਆਖ ਦਿੱਤਾ ਕਿ ਗੋਬਿੰਦ ਸਿੰਘ ਐ ਪਰਮਾਤਮਾ ਤੇਰਾ ਦਾਸ ਹੈ, ਤੇਰਾ ਸੇਵਕ ਹੈ। ਅਸੀਂ ਪੜ੍ਹਦੇ ਹਾਂ ਰੋਜ਼ ਕਿ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਤੇਰਾ ਦਾਸ ਹੈ। ਇਹ ਜਿਹੜਾ ਸ਼ਬਦ ਹੈ ਨਾ, ਤਵ ਪ੍ਰਸਾਦ, ਇਹ ਨਿਮਰਤਾ ਹੈ ਕਿ ਪਰਮਾਤਮਾ ਇਹ ਬਾਣੀ ਤੇਰੀ ਕਿਰਪਾ ਦੇ ਨਾਲ ਉਚਾਰੀ ਜਾ ਰਹੀ ਹੈ, ਤੇਰੀ ਰਹਿਮਤ, ਤੇਰੀ ਬਖਸ਼ਿਸ਼ ਦੇ ਨਾਲ ਉਚਾਰੀ ਜਾ ਰਹੀ ਹੈ। ਤਵ ਪ੍ਰਸਾਦ ਸਵਈਏ। ਅਸਲ ਵਿੱਚ ਸਵਈਏ, ਕਵਿਤ, ਚੌਪਈ, ਇਹ ਕਵਿਤਾ ਦੀਆਂ ਕਿਸਮਾਂ ਹਨ। ਇਹ ਕਵਿਤਾ ਦੀਆਂ ਕਿਸਮਾਂ ਨੇ। ਜਿਸ ਤਰ੍ਹਾਂ ਸਵਈਏ ਹਨ, ਸਵਈਆਂ ਦੀ ਆਪਣੀ ਇੱਕ ਵੱਖਰੀ ਚਾਲ ਹੈ। ਚੌਪਈ ਚਾਰ ਬੰਦਾਂ ਵਾਲੀ, ਇਹਦੀ ਆਪਣੀ ਇੱਕ ਵੱਖਰੀ ਚਾਲ ਹੈ। ਕਵਿਤ ਦੀ ਵੱਖਰੀ ਚਾਲ ਹੈ। ਉਸ ਤਰ੍ਹਾਂ ਇਹ ਸਵਈਆ ਇੱਕ ਕਵਿਤਾ ਰੂਪ ਹੈ। ਇੱਥੇ ਕਵਿਤਾ ਨਹੀਂ, ਇੱਥੇ ਸਾਡੀ ਬਾਣੀ ਹੈ। ਸਵਈਆ ਮੈਂ ਇਹ ਤਾਂ ਬੇਨਤੀ ਕਰ ਰਿਹਾ ਕਿ ਸਵਈਆ ਜਿਹੜਾ ਹੈ ਨਾ, ਇਹ ਕਵਿਤਾ ਦੇ ਰੂਪ ਵਿੱਚ ਉਚਾਰਿਆ ਜਾਂਦਾ ਹੈ ਕਿ ਸਵਈਏ ਦੀ ਆਪਣੀ ਇੱਕ ਵੱਖਰੀ ਚਾਲ ਹੈ। ਇੱਥੇ ਉਸੇ ਚਾਲ ਨਾਲ ਪੜ੍ਹਿਆ ਜਾਏਗਾ। ਉਪਰੰਤ ਮੇਰੇ ਪਾਤਸ਼ਾਹ ਜੀ ਨੇ ਜਦੋਂ ਇਸ ਬਾਣੀ ਦਾ ਜ਼ਿਕਰ ਕੀਤਾ ਨਾ, ਇਸ ਬਾਣੀ ਦੇ ਅੰਦਰ ਉਹਨਾਂ ਇਨਸਾਨਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਲੱਭਣ ਦਾ ਯਤਨ ਨਹੀਂ ਕੀਤਾ, ਜਿਹੜੇ ਪਰਮਾਤਮਾ ਨੂੰ ਲੱਭਣ ਦੇ ਵਾਸਤੇ ਬਾਹਰ ਨੂੰ ਚੱਲ ਪਏ। ਕਿਉਂਕਿ ਇਸ ਹਿੰਦੁਸਤਾਨ ਦੇ ਅੰਦਰ ਜਦੋਂ ਧਰਮ ਨੂੰ ਪੜ੍ਹਦੇ ਆ ਨਾ, ਧਰਮ ਤੋਂ ਦੌੜ ਕਿਉਂ ਗਏ ਲੋਕ? ਧਰਮ ਤੋਂ ਲੋਕਾਂ ਨੇ ਪਾਸਾ ਕਿਉਂ ਵੱਟ ਲਿਆ? ਕਿਉਂਕਿ ਧਰਮ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜੇ ਧਰਮੀ ਬਣਨਾ ਹੈ ਤੇ ਘਰ-ਬਾਰ ਛੱਡ ਕੇ ਜੰਗਲਾਂ ਵੱਲ ਚਲਾ ਜਾ। ਧਰਮ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਰੱਬ ਨੂੰ ਮਿਲਣਾ ਹੈ ਨਾ, ਜੇ ਚਾਹਣਾ ਹੈ ਉਸ ਰੱਬ ਦੀ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏ, ਤੇ ਤੈਨੂੰ ਸੰਸਾਰ ਨੂੰ ਛੱਡਣਾ ਪਏਗਾ। ਸੰਸਾਰ ਨੂੰ ਛੱਡ, ਤੇ ਸੰਸਾਰ ਨੂੰ ਛੱਡ ਕੇ ਤੇ ਜੰਗਲਾਂ ਵੱਲ ਚਲਾ ਜਾ, ਪਹਾੜਾਂ ਵੱਲ ਚਲਾ ਜਾ, ਗੁਫਾਵਾਂ ਕੰਦਰਾਂ ਵਿੱਚ ਜਾ ਕੇ ਬੈਠ ਜਾ, ਤਾਂ ਰੱਬ ਮਿਲੇਗਾ। ਧਰਮ ਨੇ ਕਹਿ ਦਿੱਤਾ ਕਿ ਇਹ ਸੰਸਾਰ ਜਿਹੜਾ ਹੈ ਨਾ, ਇਹ ਸੰਸਾਰ ਇਹ ਮਾਇਆ ਹੈ। ਮਾਇਆ ਹੈ ਵੀ ਇਹ, ਪਰ ਗੁਰਬਾਣੀ ਕਹਿ ਰਹੀ ਹੈ ਕਿ ਇਸ ਮਾਇਆ ਦੇ ਅੰਦਰ ਰਹਿ ਕੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਧਿਆਨ ਨਾਲ ਸੁਣਿਓ, ਗੁਰਬਾਣੀ ਨੇ ਆਖਿਆ ਇਸ ਮਾਇਆ ਦੇ ਅੰਦਰ, ਸੰਸਾਰ ਦੇ ਅੰਦਰ ਰਹਿ ਕੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਤੇ ਪਹਿਲੇ ਧਰਮ ਇਹ ਗੱਲ ਕਹਿ ਰਹੇ ਸਨ ਕਿ ਪਰਮਾਤਮਾ ਨੂੰ ਬਾਹਰ ਜਾ ਕੇ ਲੱਭ। ਉਲਟ ਹੋ ਗਿਆ ਨਾ। ਜਿਸ ਪਰਮਾਤਮਾ ਨੂੰ ਆਪਣੇ ਅੰਦਰੋਂ ਲੱਭਣਾ ਸੀ,
ਉਹਨੂੰ ਲੱਭਣ ਦੇ ਵਾਸਤੇ ਘਰੋਂ ਬਾਹਰ ਨਿਕਲ ਗਏ, ਜਿਹਨੂੰ ਅੰਦਰੋਂ ਲੱਭਣਾ ਸੀ। ਜਿਸ ਕਿਉਂਕਿ ਬਾਣੀ ਦੇ ਇਹ ਬਚਨ ਬੜੇ ਕਮਾਲ ਦੇ ਹਨ। ਅਸਲ ਪਰਮਾਤਮਾ ਲੱਭਣਾ ਸੀ ਆਪਣੇ ਆਪ ਨੂੰ ਅੰਦਰ ਨੂੰ ਗਵਾਉਣ ਦੇ ਨਾਲ, ਹਉਮੈ ਨੂੰ ਗਵਾਉਣ ਦੇ ਨਾਲ। ਤੇ ਧਰਮ ਨੇ ਆਖ ਦਿੱਤਾ ਕਿ ਆਪਣੇ ਆਪ ਨੂੰ ਗਵਾ ਦੇ ਸੰਸਾਰ ਤੋਂ, ਦੂਰ ਚਲਾ ਜਾ ਸੰਸਾਰ ਤੋਂ। ਬਾਣੀ ਕਹਿੰਦੀ ਨਹੀਂ। ਮੇਰੇ ਸੱਚੇ ਪਾਤਸ਼ਾਹ ਨੇ ਆਖਿਆ ਸ਼ੌ ਮਿਲਦਾ ਕਿੱਦਾਂ ਹੈ, ਪਰਮਾਤਮਾ ਮਿਲੇਗਾ ਕਿਵੇਂ? ਆਪ ਗਵਾਈਐ ਤਾਂ ਸ਼ੌ ਪਾਈਐ। ਦੇਖੋ ਕਿੱਡਾ ਸੌਖਾ ਤਰੀਕਾ ਹੈ। ਤੂੰ ਆਪ ਗਵਾਚ ਜਾ, ਆਪ ਗਵਾਈਐ, ਆਪਣੇ ਆਪ ਨੂੰ ਗਵਾਏਗਾ ਤਾਂ ਜਾ ਕੇ ਸ਼ੌ ਮਿਲੇਗਾ, ਤਾਂ ਜਾ ਕੇ ਪਰਮਾਤਮਾ ਮਿਲੇਗਾ। ਅਸਲ ਵਿੱਚ ਹੋ ਕੀ ਗਿਆ? ਅੰਦਰੋਂ ਹਉਮੈ ਨੂੰ ਮਾਰਨਾ ਸੀ, ਅੰਦਰੋਂ ਪੰਜਾਂ ਵਿਕਾਰਾਂ ਨੂੰ ਖਤਮ ਕਰਨਾ ਸੀ ਗੁਰੂ ਦੀਆਂ ਰਹਿਮਤਾਂ ਦੇ ਨਾਲ। ਵੇਖੋ ਸੱਚੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਇੱਕ ਬਚਨ ਕਿਹਾ। ਵੈਸੇ 5 ਵਿਕਾਰ ਨੇ ਤੇ ਪੰਜਾਂ ਵਿਕਾਰਾਂ ਦੇ ਲਈ 5 ਸ਼ਲੋਕ ਸਹਿਸਕ੍ਰਿਤੀ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਨੇ ਉਚਾਰ ਦਿੱਤੇ, ਸਾਰਿਆਂ ਦਾ ਜ਼ਿਕਰ ਕੀਤਾ। ਉਹਨਾਂ ਆਖਿਆ ਜਦੋਂ ਕਾਮ ਦੀ ਗੱਲ ਆਈ ਨਾ, ਗੁਰੂ ਸਾਹਿਬ ਨੇ ਆਖਿਆ ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਨ ਹੈ। ਇਹ ਕਾਮ ਤੂੰ ਜੀਵ ਦਾ ਟਿਕਾਣਾ ਨਰਕਾਂ ਵਿੱਚ ਕਰਾਉਣ ਵਾਲਾ ਹੈ। ਹੇ ਕਾਮੰਗ ਨਰਕ ਬਿਸਰਾਮੰਗ, ਨਰਕ ਵਿੱਚ ਵਿਸ਼ਰਾਮ ਟਿਕਾਣਾ ਕਰਵਾਉਣਾ ਹੈ ਤੂੰ। ਤੇ ਬਹੁ ਜੋਨੀ ਪਰਮਾਵਨ ਹੈ। ਹੁਣ ਧਿਆਨ ਨਾਲ ਸਮਝਿਓ, ਬਹੁ ਜੋਨੀ ਪਰਮਾਵਨ ਹੈ, ਤੂੰ ਜੀਵਾਂ ਨੂੰ ਬੜੀਆਂ ਜੂਨਾਂ ਦੇ ਅੰਦਰ ਚੱਕਰ ਲਵਾਉਣ ਵਾਲਾ ਤੂੰ ਹੈ। ਪੁਰਾਤਨ ਧਰਮਾਂ ਨੇ ਆਖਿਆ ਜੇ ਕਾਮ ਤੋਂ ਬਚਣਾ ਹੈ ਨਾ, ਸਮਝਿਓ ਇੱਥੇ ਜ਼ਿਕਰ ਕੀ ਹੈ ਅਸਲ ਵਿੱਚ। ਪੁਰਾਤਨ ਧਰਮਾਂ ਨੇ ਆਖਿਆ ਕਿ ਜੇ ਕਾਮ ਤੋਂ ਬਚਣਾ ਹੈ ਤੇ ਔਰਤ ਦਾ ਮੂੰਹ ਵੇਖਣਾ ਹੀ ਛੱਡ ਦੇ, ਦੌੜ ਜਾ, ਸੰਸਾਰ ਵੱਲੋਂ ਪਿੱਠ ਕਰ ਲੈ, ਸੰਸਾਰ ਦਾ ਮੂੰਹ ਨਹੀਂ ਵੇਖਣਾ। ਜੇ ਕਾਮ ਤੋਂ ਬਚਣਾ ਹੈ, ਜਿਸ ਨਰਕ ਤੋਂ ਬਚਣਾ ਹੈ, ਜੇ ਜੂਨਾਂ ਤੋਂ ਬਚਣਾ ਹੈ। ਪਰ ਅਸਲ ਦੇ ਅੰਦਰ ਇੱਥੇ ਸਿਰਫ ਔਰਤ ਤੱਕ ਸੀਮਤ ਨਹੀਂ ਸੀ ਗੱਲ। ਸੰਸਾਰ ਦੇ ਮੂੰਹ ਤੋਂ ਤੇ ਦੌੜ ਗਿਆ, ਸੰਸਾਰ ਨੂੰ ਵੇਖਿਆ ਨਹੀਂ। ਪਰ ਜਿਹੜਾ ਕਾਮ, ਜਿਹੜੇ ਵਿਕਾਰ ਜ਼ਿਹਨ ਦੇ ਅੰਦਰ ਦਿਮਾਗ ਵਿੱਚ ਬੈਠੇ ਸਨ, ਉਹ ਨਹੀਂ ਨਾ ਮਰਦੇ ਕਦੇ ਵੀ, ਉਹ ਤੇ ਫਿਰ ਸਾਹਮਣੇ ਆ ਜਾਂਦੇ ਨੇ। ਕਾਮ ਤੇ ਸੋਚ ਹੈ, ਵਿਕਾਰ ਤੇ ਸੋਚ ਨੇ ਨਾ ਸਾਡੀ। ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਇਹਦਾ ਵੀ ਨਿਰਣਾ ਕੀਤਾ ਹੈ। ਸਾਡਾ ਧਰਮ ਨਿਵੇਕਲਾ ਕਿਉਂ ਹੈ? ਬਾਣੀ ਦੇ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ, ਇਸ ਗੱਲ ਨੂੰ ਸਮਝਾਇਆ। ਮੇਰੇ ਪਾਤਸ਼ਾਹ ਨੇ ਆਖਿਆ ਕਿ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਣ ਕਰ ਦੇ, ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਣ ਕਰ ਦੇ। ਤੂੰ ਜਦੋਂ ਗੁਸਾਈ ਦਾ ਪਹਿਲਵਾਨੜਾ ਬਣ ਜਾਏਗਾ ਨਾ, ਗੁਸਾਈ ਦਾ, ਗੁਰੂ ਦਾ ਪਹਿਲਵਾਨ ਬਣ ਜਾਏਗਾ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ, ਗੁਰੂ ਨੂੰ ਜਦੋਂ ਮਿਲਿਆ ਉੱਚੇ ਦੁਮਾਲੇ ਵਾਲਾ ਬਣ ਗਿਆ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ। ਮੈਂ ਗੁਰੂ ਨੂੰ ਮਿਲਿਆ ਤੇ ਮੈਂ ਉੱਚੇ ਦੁਮਾਲੇ, ਉੱਚੇ ਰੁਤਬੇ ਵਾਲਾ ਬਣ ਗਿਆ। ਪਰ ਗੁਰੂ ਨੂੰ ਮਿਲ ਕੇ ਗੁਰੂ ਤੋਂ ਬਿਨਾਂ ਨਹੀਂ। ਸਭ ਹੋਈ ਛਿੰਝ ਇਕੱਠੀਆਂ ਦਿਓ ਬੈਠਾ ਵੇਖੈ ਆਪ ਜੀਓ। ਵਾਤ ਵੱਜਣ ਢਮਕ ਭੇਰੀਆਂ ਮਲ ਲੱਥੇ। ਇਹ ਮਲ ਭਲਵਾਨ, ਮਲ ਦਾ ਅਰਥ ਹੈ ਪਹਿਲਵਾਨ। ਉਹ ਕੌਣ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ 5। ਵਾਤ ਵੱਜਣ ਢਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ। ਤੇ ਪਤਾ ਕੀ ਆਖਿਆ? ਕਹਿੰਦੇ ਨਿਹਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਨੇ ਮੇਰੇ ਕੰਡ ਤੇ ਥਾਪੜਾ ਦਿੱਤਾ, ਮੈਂ 5 ਭਲਵਾਨ ਢਾਹ ਲਏ। ਕਹਿੰਦੇ ਇਹ 5 ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਇਹਨਾਂ ਨੂੰ ਢਾਹ ਤੇ ਲਿਆ, ਹੁਣ ਇਹਨਾਂ ਨੂੰ ਢਾਉਣ ਵਾਸਤੇ ਘਰ ਨਹੀਂ ਨਾ ਛੱਡਣਾ ਪਿਆ। ਸਮਝਿਓ ਇਸ ਗੱਲ ਨੂੰ। ਇੱਥੇ ਉਹਨਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਇਹਨਾਂ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਘਰ-ਬਾਰ ਛੱਡ ਕੇ ਦੌੜ ਗਏ, ਨੱਸ ਗਏ। ਗੁਰੂ ਸਾਹਿਬ ਨੇ ਆਖਿਆ ਕਿ ਇੱਦਾਂ ਰੱਬ ਨਹੀਂ ਮਿਲਦਾ। ਜੇ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੌੜਦਾ ਏ, ਉਹ ਤੇ ਗੁਰੂ ਵਾਲਾ ਬਣ ਜਾਏਗਾ। ਤੇ ਨਿਹਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਥਾਪੜਾ ਦਿੰਦਾ ਹੈ ਕੰਡ ਤੇ, ਪਿੱਠ ਤੇ, ਭਲਵਾਨ ਦੇ ਪਿੱਠ ਤੇ ਕੰਡ ਤੇ ਹੀ ਥਾਪੜਾ ਦਿੱਤਾ ਜਾਂਦਾ ਹੈ ਨਾ, ਤੇ ਫਿਰ ਇਹ 5 ਦੇ 5 ਭਲਵਾਨ ਜਿਹੜੇ ਨਾ ਸਿੱਖ ਢਾਹ ਲੈਂਦਾ ਹੈ। ਕਾਮ ਕ੍ਰੋਧ 5 ਵਿਕਾਰ।
सिख बाहर तो नहीं ना दौड़दा इन्हां दे वास्ते। इन्हां तो बचण लई जंगलों वाल जाना ये सिੱਖੀ दा धर्म नहीं है। हुण जदों गुरु रहमत करदा है ना, जदों गुरु बख्शिश करदा, वेखो आप गवाई है तां छाओ पाई है। परमात्मा ने भी ये गल कही सी कि मैं अपने आप नूं उत्थे रखांगा जिथे इंसान मैनूं लभ ही नहीं सकेगा। किसी ने पुछया सी कित्थे रखोगे, तो रब वाहिगुरू ने आख्या सी मैं अपने आप नूं इंसान दे अंदर रखांगा। इन्हें मैनू कदे अपने अंदरों लभण दा यतन ही नहीं करना, तो मैनू लभण लई ये बाहर दौड़दा फिरेगा। बाहर जिथे मैं बैठा ये अपने अंदर इन्हें उन्होंने खोजना ही नहीं। आप गवाई है तां छाओ पाई है। तां ही नौवें पातशाह ने आख्या अज जिन्हां दा जिक्र है ध्यान नाल सुनियो, तां ही आख्या काहे रे बन खोजन जाई। क्यों बन दे अंदर जंगल दे अंदर उस परमात्मा नूं खोजण लई जा रहे हैं। सर्ब निवासी सदा अलेपा तो ही संग समाईओ, ते तेरे अंदर वसदा है। ते वसदा इदां है जिवें फुੱਲ विच सुगंधी है, जिवें शीशे विच परछावां है। वो किते बाहर नहीं वसदा, वो तेरे अंदर वस रहा है। तो दूजी मैं बेनती करके इस बाणी के अर्थां वाल आवांगा। इतिहासकारां ने आख्या कि ये बाणी असम के राजा रतन राय नूं संबोधन करके कईयां ने आख्या, जां उन्होंने उपदेश करके ये बाणी गुरु गोबिंद सिंह जी ने उचारी। राजा रतन राय ये गुरु तेग बहादुर साहब जी की असीस नाल दा जन्म होया सी। राजा रतन राय ध्यान नाल सुनियो, राजा रतन राय दे मत्थे दे बिल्कुल विचकार एक ओंकार दी मोहर लगी हुई सी, जमांदरू इत्थे मत्थे दे बिल्कुल विचकार। रोज़ शीशे विच वेखदा है, रोज़ उस मोहर नूं उहनूं मिटाउण दा यतन करदा है, वो मिटदी नहीं। एक दिन अपनी माँ नूं कहंदा, माँ आ मेरे मत्थे ते की वज्जा है, किथे मैं डिग्गा सां, कोई सट लगी है। ये चिन्ह बड़ा वखरा है, सट लगी होवे ते आकार इन्ना सोहना नहीं बनता, वो तो आकार बेढंगा बनता है। ये की है? तो माँ ने दसिया सी, आख्या सी पुत्र, मैं संखेप विच बेनती कर रहा, आख्या सी पुत्र जिस गुरु दियां रहमतां, जिस गुरु दियां बख्शिशां दे नाल तेरा जन्म होया है ना, जिस गुरु दियां रहमतां दे नाल, असल विच उस गुरु दी मोहर है तेरे मत्थे दे उपर, ये उहदियां रहमतां ने तेरे उपर। सारा प्रसंग दसिया, जदों गुरु तेग बहादुर साहब आए, असी गए हाँ, तेरे बाप की उम्र 50 साल सी उदों, असी गए हाँ, जांदे हाँ जदों अरदास कीती ते उन्हां आख्या सी, कई इतिहासकारां ने आख्या जदों इहदा बाप मत्था टेकण लगा तो गुरु साहब के हत्थ में वो मोहर पकड़ी सी, जिहदे उपर एक ओंकार लिखिया सी, ते पट ते मारी लग गई, छप गई सी। ते गुरु साहब दे, गुरु तेग बहादुर साहब दे बचन सन, आख्या सी तेरे घर पुत्र होएगा ते साडी ये निशानी उहदे मत्थे ते उकरी होएगी। राजा रतन राय दा जदों जन्म होया ना, इहदे मत्थे ते एक ओंकार उकरिया सी। हुण ध्यान नाल सुनियो, इन्हें जदों अपनी माँ तो सुनिया, कहंदा माँ मैं उस गुरु दे दीदार करने ने, दर्शन करने ने। चले गए आनंदपुर साहब, इन्हें फिर प्रसादी हाथी लिया सी नाल, गुरु नूं भेटा करने वास्ते प्रसादी हाथी ये लैके आया सी। चंदन दियां चौंकियां इत्थों तक सीमत नहीं, बड़े मखमली शामियाने, बड़े कीमती इन्हें गुरु गोबिंद सिंह सच्चे पातशाह नूं भेटा दे तौर ते देण वास्ते ये नाल लैके चलिया सी। प्रसादी हाथी जिहदे करके जंग होए ने ना, वो प्रसादी हाथी ये लैके आया सी भेटा दे तौर ते। वेखो बड़ियां कीमती वस्तां लैके आया, पहुंचया, दीदार कीते, बचन बिलास होए, गल्लां चलियां। आख्या पातशाह उस परमात्मा की प्राप्ति किवें होएगी? ये बाणी जिहड़ी है ना, ये वैराग की बाणी है। इस बाणी अंदर वैराग है। इस बाणी के अंदर दसिया परमात्मा रब मिलेगा किवें। शुरुआत इस बाणी की कीती गई श्रावक सुध तो जिहड़े दौड़न वाले ने। फिर राजियां नूं कहा गया
ਰਾਜਿਆਂ ਨੂੰ ਸਮਝਾਇਆ ਕਿ ਤੁਸੀਂ ਨੰਗੇ ਪੈਰੀ ਜਾਣਾ, ਨੰਗੇ ਆਏ ਤੇ ਨੰਗੇ ਜਾਣਾ ਹੈ। ਫਿਰ ਮੇਰੇ ਪਾਤਸ਼ਾਹ ਨੇ ਤੀਰਥ ਇਸ਼ਨਾਨਾਂ ਵਾਲਿਆਂ ਨੂੰ ਸਮਝਾਇਆ ਤੇ ਅੰਤ ਤੇ ਜਾ ਕੇ ਆਖਿਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਖੀਰ ਤੇ ਜਾ ਕੇ ਗੱਲ ਮੁਕਾਈ। ਹੁਣ ਅੱਜ ਦਾ ਪਹਿਲਾ ਸਵਈਆ ਹੈ ਸਾਡਾ। ਇਹਦੇ ਅੰਦਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਬਚਨ ਕਹੇ, ਜਿਹੜੀਆਂ ਰਹਿਮਤਾਂ ਕੀਤੀਆਂ, ਆਖਿਆ ਸ਼ਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸ਼ਰਾਵਗ ਸੰਸਕ੍ਰਿਤ ਦਾ ਇੱਕ ਸ਼ਬਦ ਹੈ, ਸ਼ਰਾਵਕ, ਕੱਕੇ ਨਾਲ, ਇੱਥੇ ਗੱਗਾ ਹੈ ਮਗਰ ਉੱਥੇ ਕੱਕਾ ਲੱਗਦਾ ਹੈ। ਇਹ ਉਸੇ ਦਾ ਹੀ ਰੂਪ ਹੈ, ਸ਼ਰਾਵਕ ਦਾ ਹੀ। ਤੇ ਇਹ ਸ਼ਬਦ ਵਰਤਿਆ ਗਿਆ ਹੈ ਬੋਧੀ ਤੇ ਜੈਨੀ ਜਿਹੜੇ ਭਿਕਸ਼ੂ ਨੇ ਨਾ, ਜਿਹੜੇ ਮੰਗ ਕੇ ਖਾਂਦੇ ਨੇ, ਉਹਨਾਂ ਦੇ ਵਾਸਤੇ ਮੇਰੇ ਸੱਚੇ ਪਾਤਸ਼ਾਹ ਨੇ ਸ਼ਬਦ ਵਰਤਿਆ। ਆਖਿਆ ਜਿਹੜੇ ਬੋਧ ਤੇ ਜੈਨ ਦੇ ਮਤ ਦੇ ਭਿਕਸ਼ੂ ਹਨ। ਜੈਨ ਮਤ ਬਾਰੇ ਗੁਰੂ ਨਾਨਕ ਸਾਹਿਬ ਨੇ ਵੀ ਇੱਕ ਸ਼ਬਦ ਬੜੇ ਕਮਾਲ ਦਾ ਉਚਾਰਿਆ ਜੇ, ਸਮਾਂ ਲੱਗੇ ਉਹਦੀ ਵਿਚਾਰ ਜ਼ਰੂਰ ਕਰਾਂਗੇ। ਉੱਥੇ ਜੈਨ ਮਤ ਵਾਲਿਆਂ ਨੂੰ ਆਖਿਆ ਕੀ ਕਰਦੇ ਨੇ, ਕਿ ਇਹੋ ਜਿਹੇ ਹਾਲਾਤ ਨੇ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਧਰਮ ਕਿੱਥੋਂ ਤੱਕ ਪਹੁੰਚ ਗਿਆ ਸੀ। ਧਰਮ ਕਹਿੰਦੇ ਜੀਵ ਹੱਤਿਆ ਹੋ ਰਹੀ ਹੈ, ਨੰਗੇ ਪੈਰੀਂ ਚੱਲਣਾ ਹੈ, ਮੂੰਹ ਦੇ ਉੱਤੇ ਕੱਪੜਾ ਬੰਨ੍ਹ ਲੈਣਾ ਹੈ। ਜੀਵ ਹੱਤਿਆ ਹੋ ਰਹੀ ਹੈ ਵੀ ਹਵਾ ਦੇ ਵਿੱਚ ਸੂਖਸ਼ਮ ਜੀਵ ਨੇ, ਕਿਤੇ ਸਾਡੇ ਅੰਦਰ ਨਾ ਚਲੇ ਜਾਣ, ਉਹਨਾਂ ਦੀ ਮੌਤ ਨਾ ਹੋ ਜਾਵੇ, ਸਾਨੂੰ ਪਾਪ ਨਾ ਲੱਗ ਜੇ। ਨੰਗੇ ਪੈਰੀਂ ਚੱਲਣਾ, ਇੱਕ ਜੁੱਤੀ ਨਹੀਂ ਪਾਉਣੀ ਕਿ ਪੈਰਾਂ ਦੇ ਥੱਲੇ ਦੱਬ ਕੇ ਵੀ ਕੋਈ ਜੀਵ ਨਾ ਮਰ ਜਾਏ। ਭਲੇ ਉਹ ਕੌਣ ਸਮਝਾਵੇ ਕਿ ਥੱਲੇ ਚੱਲਦੇ ਰੇਂਗਦੇ ਜੀਵ ਚੱਪਲਾਂ ਨਾਲ, ਜੁੱਤੀ ਨਾਲ ਨਹੀਂ ਮਰਦੇ, ਉਹ ਸਾਡੇ ਸਰੀਰ ਦੇ ਵਜਨ ਦੇ ਨਾਲ ਮਰਦੇ ਨੇ। ਸਮਝ ਰਹੇ ਹੋ ਇਸ ਗੱਲ ਨੂੰ? ਇੱਕ ਕੀੜਾ ਚੱਲ ਰਿਹਾ, ਉਹਦੇ ਉੱਪਰ ਚੱਪਲ ਰੱਖ ਦਿਓ, ਮਰ ਜਾਏਗਾ? ਨਹੀਂ ਮਰੇਗਾ। ਪਰ ਜਦੋਂ ਉਹਦੇ ਉੱਤੇ ਸਰੀਰ ਦਾ ਭਾਰ ਪਏਗਾ ਨਾ, ਚੱਪਲ ਦੇ ਵਿੱਚ ਪੈਰ ਹੈ, ਸਰੀਰ ਦਾ ਭਾਰ ਪਏਗਾ, ਉਹਦੇ ਨਾਲ ਉਹਦੀ ਮੌਤ ਹੋਏਗੀ। ਇੱਥੋਂ ਤੱਕ ਧਰਮ ਦੇ ਹਾਲਾਤ ਬਣ ਗਏ। ਆਖਿਆ ਨਹਾਉਣਾ ਵੀ ਛੱਡ ਦਿਓ, ਜਿਹੜੇ ਸਰੀਰ ਤੇ ਜੀਵ ਜੰਮੇ ਪਏ ਨੇ ਨਾ, ਉਹ ਵੀ ਮਰ ਜਾਣਗੇ। ਨਹਾਉਣਾ ਛੱਡਤਾ। ਦੰਦਾਂ ਤੇ ਬੁਰਸ਼ ਕਰਨਾ, ਦਾਤਨ ਕਰਨੀ, ਮੰਜਨ ਕਰਨਾ ਵੀ ਛੱਡ ਦਿੱਤਾ। ਇੱਥੋਂ ਤੱਕ ਹਾਲਤ ਬਣ ਗਈ। ਦੰਦਾਂ ਤੇ ਇੰਨਾ ਕੁ ਗੰਦ ਜੰਮ ਜਾਂਦਾ ਹੈ ਨਾ, ਫਿਰ ਇੱਕ 5 ਜਾਂ 10 ਦਾ ਸਿੱਕਾ ਲੈ ਕੇ ਉਹਦੇ ਵਿੱਚ ਫਸਾਉਂਦੇ ਨੇ, ਜਿਹਦੇ ਫਸ ਗਿਆ ਹੁਣ ਇਹ ਸਾਡਾ ਗੁਰੂ ਬਣਨ ਦਾ ਕਾਬਲ ਹੋ ਗਿਆ। ਆਹ ਹਾਲਾਤ ਬਣੇ ਨੇ। ਧਰਮ ਕਿਸ ਪਾਸੇ ਨੂੰ ਚਲਾ ਗਿਆ? ਧਰਮ ਕਿਸ ਪਾਸੇ ਚਲਾ ਗਿਆ? ਇੱਥੇ ਉਹਨਾਂ ਦਾ ਜ਼ਿਕਰ ਹੈ। ਮੇਰੇ ਪਾਤਸ਼ਾਹ ਨੇ ਆਖਿਆ, ਕਹਿੰਦੇ ਸ਼ਰਾਵਗ, ਸ਼ਰਾਵਕ ਸ਼ਬਦ ਹੈ, ਬੋਧੀ ਤੇ ਜੈਨੀ ਜਿਹੜੇ ਭਿਕਸ਼ੂ ਹਨ। ਫਿਰ ਮੇਰੇ ਪਾਤਸ਼ਾਹ ਨੇ ਆਖਿਆ ਸੁਧ। ਸੁਧ ਦਾ ਭਾਵ ਹੈ ਬੜੀ ਸੁਚਮਤਾ, ਬੜੀ ਪਵਿੱਤਰਤਾ ਰੱਖਣ ਵਾਲੇ ਜਿਹੜੇ ਹਨ। ਇੱਕ ਪਾਸੇ ਉਹ ਨੇ ਜਿਹੜੇ ਬਿਲਕੁਲ ਨਹਾਉਂਦੇ ਨਹੀਂ। ਵੈਸੇ ਇੱਕ ਬੇਨਤੀ ਕਰਾਂ, ਜੇ ਜੀਵ ਹੱਤਿਆ ਦੀ ਗੱਲ ਹੈ ਨਾ, ਤੇ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਰੋਟੀ ਖਾਣੀ ਛੱਡ ਦਈਏ, ਕਣਕ ਖਾਣੀ ਛੱਡ ਦਿਓ ਫਿਰ। ਤੇ ਪਹਿਲਾ ਪਾਣੀ, ਫਿਰ ਤਾਂ ਪਾਣੀ ਪੀਣਾ ਵੀ ਛੱਡਣਾ ਪਏਗਾ ਨਾ, ਜੇ ਜੀਵ ਹੱਤਿਆ ਦੀ ਗੱਲ ਕਰਦੇ ਹਾਂ। ਤੇ ਇਸ ਤਰ੍ਹਾਂ ਇਹ ਧਰਮ ਨਹੀਂ ਹੈ। ਧਰਮ ਵਿਖਾਵਾ ਨਹੀਂ ਹੈ, ਧਰਮ ਕਮਾਇਆ ਜਾਂਦਾ ਹੈ, ਵਿਖਾਇਆ ਨਹੀਂ ਜਾਂਦਾ ਧਰਮ। ਇੱਕ ਪਾਸੇ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਸ਼ਰਾਵਕ ਨੇ, ਜਿਹੜੇ ਬੋਧ ਤੇ ਜੈਨ ਭਿਕਸ਼ੂ ਨੇ। ਦੂਜੇ ਪਾਸੇ ਉਹਨਾਂ ਦਾ ਜ਼ਿਕਰ ਕਰ ਦਿੱਤਾ ਜਿਹੜੇ ਪਵਿੱਤਰਤਾ ਬੜੀ ਰੱਖਦੇ ਨੇ, ਸੁਚਮਤਾ ਬੜੀ ਰੱਖਦੇ ਨੇ। ਫਿਰ ਸੱਚੇ ਪਾਤਸ਼ਾਹ ਨੇ ਆਖਿਆ ਸ਼ਰਾਵਗ ਸੁਧ ਸਮੂਹ ਸਿਧਾਨ ਕੇ। ਸਿਧਾਨ ਦਾ ਭਾਵ ਹੈ ਸਿੱਧ ਜਿਹੜੇ ਹਨ, ਰਿੱਧੀਆਂ ਸਿੱਧੀਆਂ ਦੇ ਮਾਲਕ। ਸਿੱਧੀਆਂ 18 ਮੰਨੀਆਂ ਗਈਆਂ ਹਨ। ਇਹਨਾਂ 18 ਸਿੱਧੀਆਂ ਦੇ ਮਾਲਕ, ਜਿਹਨੂੰ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਗੁਰੂ ਨਾਨਕ ਸਾਹਿਬ ਨੇ ਆਖਿਆ ਮੈਂ ਸਿੱਧ ਬਣ ਜਾਵਾਂ। ਵੇਖੋ ਕਿੱਡੇ ਕਮਾਲ ਦੀ ਉਦਾਹਰਣ ਦਿੱਤੀ। ਰਿੱਧੀਆਂ ਸਿੱਧੀਆਂ ਦਾ ਮਾਲਕ ਮੈਂ ਬਣ ਜਾ, ਕਦੇ ਗੁਪਤ ਹੋ ਜਾਵਾਂ, ਕਦੇ ਪ੍ਰਗਟ ਹੋ ਜਾਵਾਂ, ਕਦੇ ਅਲੋਪ ਹੋ ਜਾਵਾਂ। ਮਤਲਬ ਦੁਨੀਆ ਦੇ ਸਾਹਮਣੇ ਖੜਾ ਖੜਾ ਅਲੋਪ ਹੋ ਜਾਵਾਂ।
कदे फिर प्रगट हो जावां, गुप्त प्रगट होए बैसां, लोक राखै भाओ। लोग डर रखण मेरे तो, डरन मैनू वेख के। पर कहते इदां कुछ नहीं होना, कुछ नहीं, बस मैं तो ये मंगदा, मत देख भूला विसरै तेरा चित ना आवे, ना किते तेरा नां ना विसर जाए। मैनू इन्हां रिद्धियां सिद्धियां ना कुछ नहीं मिलना। गुरु गोबिंद सिंह कहते कि मैं इन्हां नूं ते देख फिरियो, कहते श्रावक सुध समूह सिधान के, समूह सिद्धां दे समूह, सिद्धां दे टोले। फिर कहते देख फिरियो घर जोग जोगी जति। जति का भाव है जिहड़े सारा जीवन ब्रह्मचारी रहिंदे ने, कि असी विआह ही नहीं कराउणा, असी ब्रह्मचारी बन के रहना। पर इह तां संसार की उत्पत्ति का कारण है ना। आखिया जिहड़े सारा जीवन जोग धार के रहे, जिहड़े सारा जीवन ब्रह्मचारी रहे, पातशाह कहंदे मैं इन्हां दे घर भी वेख लए, सिद्धां दे टोले भी वेखे, मैं इन्हां सारिआं नूं वेख लिया। फिर कहंदे सूर, अगली पंक्ति है, सूर दा भाव है सूर में, सुरारदन, सुर आरदन, दो शब्द हैं, सुर आरदन। सुर देवते, आरदन का भाव है देवतियां दे जिहड़े वैरी ने, देवतियां नूं जिहड़े मारन वाले ने, उन्हें दैंत राक्षस। इत्थे राक्षस दैंतां दा जिक्र है। सुरारदन जिहड़ा शब्द है, सुर आरदन, देवतियां दे वैरी जिहड़े ने। कहंदे मैं सच्चे पातशाह ने आख्या कि असां ने बड़े वड्डे वड्डे सूरमे भी वेख लए, दैंत भी वेख लए, शुद्ध सुचमता रखण वाले भी वेख लए, सुधादिक, शुद्ध आदिक। शुद्ध कहंदे ने अमृत नूं, अमृत पीण वाले जिहड़े ने वो देवते मन्ने गए। पहलां देवतियां दे वैरियां दा जिक्र आया, हुण देवतियां दा जिक्र आ गया। शुद्ध सुधादिक कहंदे संत समूह अनेक मती के, बड़े अनेकां मतां मतांतरां दे संत, संतां दे समूह, संतां दे टोले भी वेख लए। इहो ही ने ना जिहड़े घरों दौड़े होए ने सारे, रब नूं लभण वास्ते बाहर भज रहे ने, रब अंदर बैठा है, आप गवाईए तां शौ पाईए। अंदर इन्हां अपने आप नूं बाहर गवा लिया, अंदर गवाउण दा कदे यतन ही नहीं कीता। पातशाह ने आख्या कि मैं इन्हां सारिआं नूं वेख लिया, सूर सुरारदन, शुद्ध सुधादिक, संत समूह अनेक मती के, अनेकां मतां मतांतरां दे संत, उन्हां संतां दे समूह, उन्हां संतां दे टोले भी वेख लए। फिर सच्चे पातशाह ने आख्या, कहंदे सारे ही देश को देख रहे हो मत। कहंदे सारे देश दे मत मतांतर जिन्ने भी मत ने, मैं सारिआं नूं देख लिया। देखण दा भाव ये नहीं कि जोगी आया उन्होंने सामने वेख लिया, जैनी आया उन्होंने सामने वेख लिया, ये अर्थ नहीं वेखण दा। वेखण दा अर्थ है कि मैं इन्हां दे कर्मां नूं वेखिया, परमात्मा नूं मिलण दे राह, परमात्मा नूं मिलण दे तरीकिਆਂ नूं मैं चंगी तरह वेखिया कि परमात्मा नूं मिल किस तरीके नाल जां लभ किवें रहे ने। सारे ही देश को देख रहे हो मत। पर पता सच्चे पातशाह ने हुण इत्थे गल नबेड़न लगे ने, कहंदे को ना देखियत प्राणपति के। मैं सारिआं नूं वेख लिया, पर मैं एक गल समझ गया, एक गल जान लिया कि इन्हां विचों प्राणपति, प्राणा दा प्यारा प्रीतम वाहिगुरू परमात्मा दा कोई भी नहीं बनिया। सब अपनी डफली बजा रहे हैं, सब अपना राग अलाप रहे हैं, परमात्मा नूं मिलण वाले पासे नहीं कोई भी चल रहा। वो पता किवें, मैं छोटी जी साखी, मैं 2-4 मिनटां जो उपर लै जावां कि छोटी जी साखी सुनावां। गुरु गोबिंद सिंह साहब सच्चे पातशाह कोल एक सिद्ध आ गया, जोगी आ गया, जिथे बाकी सारे दर्शन करते हैं, वो भी आके लाइन में खड़ा हो गया। जो उसकी वारी आई ना, बड़े हंकार नाल, बड़ी हौमे नाल अपने आप बारे दसन लगा है। हाथ जोड़ के कहंदा, पातशाह मैं बड़ा तप किया, बड़ी तपस्या की मैं, तो इन्ने तप के अंदर 25 साल कहंदा मैं तप किया, हुण मैं पानी के उपर चल सकदा, पानी ते तुर सकदा। मैं इन्हें बड़े हंकार नाल, बड़े माण नाल सतगुरां नूं दस्सिया। गुरु साहब ने गल नूं सुनिया भी, पर अनसुनी कर दिता।
ध्यान नहीं दिता इहदी गल दे वल। इन्हें फिर दूजी बार कहा, गुरु साहब ने फिर ना सुनिया, कहंदा भी शायद ना सुनिया होएगा। दूजे दिन फिर आ गया, तीजे दिन फिर आ गया, चौथे दिन आके कहंदा जी तुसी मेरी गल सुणदे ही नहीं, मैं तुहाडा कोई है जिहड़ा पानी दे उपर तुर सकदा है? मैं 25 साल तप कीता ते मैं पानी ते तुर सकदा, पानी ते चल सकदा। गुरु साहब अपने आसन तो उठे, गुरु गोबिंद सिंह जी उठे, इनू बाहों फड़िया, कहंदे चल। नाल सिख भी पिछे तुर पे, चल पे। दरिया सतलुज के किनारे ते लै गए, आनंदपुर साहब के बिल्कुल नाल है ना। दरिया सतलुज के किनारे लै गए। बेड़ी वाले नू मलाह नू आवाज़ मारी, बेड़ी च बैठे इनू भी अपने नाल बिठा लिया। मलाह नू कहंदे बेड़ी लै चल दरिया च। वो बेड़ी दरिया विच लै गया, गेड़ा कढ़िया। एक गेड़ा कढ़ के वापस किनारे वाल इशारा किया, मलाह किनारे ते लै आया। गुरु साहब इनू लैके बेड़ी चों उतरे, एक आना उस मलाह नूं दिता गुरु साहब ने। उन्हें एक आना फड़िया तो बड़ा शुक्र किया। एक पैसा कोई भी शब्द वरत लीए, वो दिता तो उन्हें शुक्र किया, हाथ जोड़े। मलाह अपने राह ते गुरु साहब अपने राह पै गए। ये फिर पिछे भजया, कहंदा जी मेरी गल ते तुसीं सुणदे ही नहीं, मैं तुहानूं की कह रहा, तुसीं मैनूं बेड़ी च झूठे दवाए तो फिर वापस लैके आ गए। मैं तुहानूं कहना चाह रहा कि मैं इस पानी ते तुर सकदा, मैनूं बेड़ी की लोड़ नहीं। तो गुरु गोबिंद सिंह ने पता की बोल के कहंदे तू अजे भी नहीं समझिया, अजे भी नहीं समझिया कि जिहड़ा काम एक पैसे विच, एक आने विच हो सके, मलाह नूं दे के बेड़ी ते चढ़ के पानी दा पार लंघिया जा सके, तू उस काम लई अपने 25 साल गवा दिते। अपनी जिंदगी दे 25 साल तू गवा दिते, जिहड़ा काम एक पैसे विच हो सकदा सी। गल समझण वाली है ना। धर्म की बन गया सी, अज भी है। खैर ये करामातां वेख के असीं भी खुश हुंदे आ। धर्म है की ते धर्म बना के दिता गया सी। ਜਿਹੜੇ जिथे रब नूं लभण वास्ते जाना सी, तां ही आखिया ना, कोऊ ना देखियत प्राण पति के। सब अपनी हौमै दे अंदर, कोई चाह रहा है कि मैं मूँह चों अग कढ़नी सिख लवां, कोई चाह रहा मैं पानी दे उपर तुरना सिख लवां। इदां ही हो रहा सी ना पहलां। रब नूं मिलण वास्ते कोई नहीं सी आ रहा। सच्चे पातशाह ने आखिया, कहंदे सारे ही देश को देख रहे हो मत, कोऊ ना देखियत प्राण पति के। ते अखीरली पंक्ति विच जिक्र किया, कहंदे श्री भगवान की भाए कृपा हूँ ते। हुण जिन्ने ये ध्यान नाल सुनियो, असल निचोड़ अखीरली पंक्ति च कि जिहदे कोल उस परमात्मा की भाए नहीं, कृपा नहीं, रहमत नहीं, प्रेम नहीं, भावना नहीं जिहदे मन दे अंदर, ते अगे पता की क्या, एक रत्ती बिन एक रत्ती के। पहला जिहड़ा रत्ती शब्द है ना, 2 बारी आया ना रत्ती। पहला रत्ती शब्द है रंगिया, रत्ते सही जे मुख ना मुड़न, उन्हां रत्तियां दा जिक्र है इत्थे। पहला रत्ती जिहड़ा शब्द आया, रत्ते सही जे मुख ना मुड़न, जिहड़े रंगे गए अंदरों, लाल रंग तिसके लगा जिसके वडभागा, उन्हां दा जिक्र है इत्थे, जिहड़े रंगे गए। जे तुसी गुरु साहब ने आख्या एक रत्ती बिन, जे तुहाडे अंदर तुसी रंगे नहीं गए उस परमात्मा दे नाम रंग दे अंदर, ते फिर एक गल समझ लो, एक रत्ती, रत्ती रत्ती मासा तोला, ये तोल है। ये रत्ती, पहला रत्ती है रंगिया, दूजा रत्ती एक तोल है, तोला। तोल मतलब किलो। असी हुण शुरू ही इत्थों करते हैं, पाईया तो शुरू करते हैं, इदों थले तो असीं आउंदे ही नहीं, जां वध तो वध 100 ग्राम 50 तक आवांगे। असल विच तोल दियां ये इकाइयां ने, ये मिणतियां ने, रत्ती, मासा, तोला, इदां आउंदा है अगे, फिर ग्राम आएगा। सच्चे पातशाह ने आख्या, जे एक रत श्री भगवान की भाए कृपा हूते, जे उस परमात्मा की कृपा नहीं, रहमत नहीं, वडियाई नहीं, बख्शिश हासिल नहीं की, ते एक गल समझ लै, जे
तू रत्या नहीं गया, रंगिया नहीं गया, तो फिर उस परमात्मा के दर ते तेरा मुल एक रत्ती भी नहीं हो पैना ही, एक रत्ती भी तेरा मुल उस परमात्मा के दर ते नहीं पैना। जो मर्जी कर लै, जिन्ना मर्जी भटक लै, जिन्ना मर्जी गुरु साहब ने आख्या दौड़ लै, पर जे परमात्मा दे नाम रंग दे अंदर रंगिया ना गया तो फिर ये गल समझ लै तेरा मुल उहदे दर ते उहदे घर दे अंदर एक रत्ती भी नहीं पएगा। अज दा जिहड़ा पहला सवैया है ना, औखे ने सवैये, विचार गुरु साहब ने आप ही कराउणी है, पर समझाया बड़े कमाल दे तरीके नाल। कहंदे जिन्ना मर्जी जोर ला ला, जिन्ना मर्जी यतन कर लै, पर जे तेरे मन के अंदर भाव नहीं, जे तेरे मन के अंदर प्रेम नहीं, ये गल समझ लै। फिर सतगुरां ने आख्या वेख मैं सारे ही लए ने, जिहड़े रंगे ना गए, रत्ते ना गए, उन्हां दा मुल परमात्मा दे दर ते एक रत्ती भी नहीं पएगा। अर्थ भाव कि परमात्मा बाहर नहीं लभना, उन्होंने अंदरों लभना पएगा। लभेगा उहदे नाम रंग दे अंदर रंगिया। सो सतगुरु कृपा करन, रहमत करन। इन्नियां को बेनतियां प्रवान। कल नूं समय दे अंदर ही रवांगे, आपां 7 बजे तक पूरी समाप्ति कर लवांगे। उपरंत आनंद साहब ते अरदास। सुभाजेनियां को बेनतियां प्रवान। बेअंत बेअंत भुलां दी खिमा। सतगुरु सच्चे पातशाह ते आप सरबत संगत बख्शनहार हो जी। बेअंत भुलां दी खिमा करो, गुरफतेह दी सांझ। वाहिगुरु जी का खालसा, वाहिगुरु जी की फतेह।